ਆਯੁਰਵੇਦ ਵਿੱਚ ਰਿਤੂਚਰਿਆ ਯਾਨੀ ਕਿ ਰੁੱਤ ਦੇ ਅਨੁਸਾਰ ਆਹਾਰ ਵਿਹਾਰ ਕਰਨ ਦੇ ਬਹੁਤ ਸਾਰੇ ਨਿਯਮ ਹਨ ਤੇ ਜਿਨ੍ਹਾਂ ਦਾ ਪਾਲਣ ਕਰਨਾ ਸਿਹਤ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਆਓ ਗਰਮੀ ਰੁੱਤ ਦੇ ਨਿਯਮਾਂ ਦੀ ਚਰਚਾ ਕਰੀਏ ਤੇ ਬਣਾਈਏ ਪੌਸ਼ਟਿਕ ਥਾਲੀ। ਪੰਜਾਬੀ ਆਯੁਰਵੈਦਿਕ ਰਸੋਈ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਡਾਕਟਰ ਗਗਨਪ੍ਰੀਤ ਕੌਰ। ਅੱਜ ਅਸੀਂ ਗਰਮੀ ਰੁੱਤ ਦੀ ਥਾਲੀ ਤਿਆਰ ਕਰਾਂਗੇ। ਇਸ ਥਾਲੀ ਦਾ ਪਹਿਲਾ ਭਾਗ ਹੈ ਚੱਪਨ ਕੱਦੂ ਦੀ ਸਬਜ਼ੀ। ਚੱਪਨ ਕੱਦੂ ਦੀ ਸਬਜ਼ੀ ਬਣਾਉਣ ਦੇ ਲਈ ਅਸੀਂ ਅੱਧਾ ਕਿਲੋ ਚੱਪਨ ਕੱਦੂ ਲਏ ਨੇ, ਜਿਨ੍ਹਾਂ ਨੂੰ ਅਸੀਂ ਧੋ ਕੇ ਤੇ ਛਿਲ ਕੇ ਕੱਟ ਲਿਆ ਹੈ। ਨਾਲ ਹੀ ਅਸੀਂ 3 ਵੱਡੇ ਹਰੇ ਪਿਆਜ਼ ਲੈ ਲਏ ਨੇ ਤੇ ਇੱਕ ਛੋਟਾ ਜਿਹਾ ਟਮਾਟਰ ਤੇ ਇੱਕ ਛੋਟਾ ਟੁਕੜਾ ਹਰੀ ਮਿਰਚ ਦਾ ਲਿਆ ਹੈ। ਇਹਨਾਂ 4 ਚੀਜ਼ਾਂ ਨਾਲ ਅਸੀਂ ਇਸ ਸਬਜ਼ੀ ਨੂੰ ਤਿਆਰ ਕਰਾਂਗੇ। ਸਭ ਤੋਂ ਪਹਿਲੇ ਅਸੀਂ ਇੱਕ ਕੜਾਈ ਲੈ ਲਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਹਰੇ ਪਿਆਜ਼ ਨੂੰ ਭੁੰਨ ਲਵਾਂਗੇ। ਸਬਜ਼ੀ ਨੂੰ ਬਣਾਉਣ ਤੋਂ ਪਹਿਲਾਂ ਅਸੀਂ ਘੀ ਦੀ ਵਰਤੋਂ ਨਹੀਂ ਕਰ ਰਹੇ ਹਾਂ, ਸਿਰਫ ਖਾਲੀ ਪਿਆਜ਼ ਨੂੰ ਇਸੇ ਤਰੀਕੇ ਨਾਲ ਭੁੰਨਣਾ ਹੈ। ਗੈਸ ਨੂੰ ਤੇਜ਼ ਰੱਖ ਕੇ ਲਗਾਤਾਰ ਚਲਾਉਂਦੇ ਹੋਏ 5 ਮਿੰਟ ਤੱਕ ਪਿਆਜ਼ ਨੂੰ ਅਸੀਂ ਭੁੰਨ ਲਵਾਂਗੇ। ਪਿਆਜ਼ ਤਾਸੀਰ ਵਿੱਚ ਪੂਰੀ ਤਰ੍ਹਾਂ ਠੰਡਾ ਨਹੀਂ ਹੁੰਦਾ, ਪਰ ਕਿਉਂਕਿ ਇਹਦਾ ਰਸ ਮਧੁਰ ਹੁੰਦਾ ਹੈ ਇਸ ਕਰਕੇ ਇਹ ਇੰਨਾ ਜ਼ਿਆਦਾ ਗਰਮ ਵੀ ਨਹੀਂ ਹੁੰਦਾ ਕਿ ਅਸੀਂ ਇਹਨੂੰ ਗਰਮੀਆਂ ਵਿੱਚ ਨਹੀਂ ਖਾ ਸਕਦੇ। ਪਰ ਪਿਆਜ਼ ਉੱਤਮ ਵਾਤ ਨਾਸ਼ਕ ਔਸ਼ਧੀ ਹੈ। ਸਰੀਰ ਦੇ ਵਿੱਚ ਸੋਜਿਸ਼ ਹੋਵੇ, ਦਰਦ ਹੋਵੇ, ਉਹਦੇ ਲਈ ਇਹ ਬਹੁਤ ਹੀ ਚੰਗਾ ਕੰਮ ਕਰਦੀ ਹੈ। ਪਿਆਜ਼ ਦੇ ਵਿੱਚ ਗੰਧਕ ਦਾ ਕੁਝ ਅੰਸ਼ ਹੁੰਦਾ ਹੈ, ਜਿਹਦੇ ਕਰਕੇ ਸਰੀਰ 'ਚ ਕਿਤੇ ਵੀ ਖੁਜਲੀ ਹੋਵੇ ਜਾਂ ਚਮੜੀ ਦੇ ਕੋਈ ਰੋਗ ਹੋਣ ਤਾਂ ਉਹਦੇ ਵਿੱਚ ਇਹ ਬਹੁਤ ਲਾਭਦਾਇਕ ਹੁੰਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਮਾਹਵਾਰੀ ਬਹੁਤ ਜ਼ਿਆਦਾ ਦਰਦ ਨਾਲ ਜਾਂ ਫਿਰ ਘੱਟ ਆਉਂਦੀ ਹੋਵੇ ਤੇ ਮੂਤਰ ਦਾ ਤਿਆਗ ਵੀ ਬਹੁਤ ਜ਼ਿਆਦਾ ਦਰਦ ਨਾਲ ਜਾਂ ਫਿਰ ਘੱਟ ਆਉਂਦਾ ਹੋਵੇ, ਉਹਨਾਂ ਲਈ ਇਹ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ। ਹੁਣ ਅਸੀਂ ਇਹਦੇ ਵਿੱਚ ਛੋਟਾ ਟੁਕੜਾ ਹਰੀ ਮਿਰਚ ਦਾ ਪਾ ਦਿਆਂਗੇ। ਸੁੱਕੀ ਹੋਈ ਮਿਰਚ ਜਾਂ ਲਾਲ ਮਿਰਚ ਜਾਂ ਕਾਲੀ ਮਿਰਚ ਇਹ ਸਭ ਗਰਮ ਤਾਸੀਰ ਦੇ ਹੁੰਦੇ ਹਨ, ਪਰ ਹਰੀ ਮਿਰਚ ਜਿਹੜੀ ਹੁੰਦੀ ਹੈ ਇਹ ਜ਼ਿਆਦਾ ਗਰਮ ਨਹੀਂ ਹੁੰਦੀ, ਨਾ ਹੀ ਇਹ ਗਰਮ ਹੁੰਦੀ ਹੈ ਤੇ ਨਾ ਹੀ ਇਹ ਠੰਡੀ ਹੁੰਦੀ ਹੈ। ਇਸ ਕਰਕੇ ਲੋੜ ਅਨੁਸਾਰ ਹੀ ਪਾਉਣੀ ਚਾਹੀਦੀ ਹੈ। ਹੁਣ ਅਸੀਂ ਕੱਟਿਆ ਹੋਇਆ ਚੱਪਨ ਕੱਦੂ ਇਹਦੇ ਵਿੱਚ ਪਾ ਦਿਆਂਗੇ ਤੇ ਇਹਨੂੰ ਥੋੜੀ ਦੇਰ ਹੋਰ ਭੁੰਨ ਲਵਾਂਗੇ। ਚੱਪਨ ਕੱਦੂ ਦੇ ਵਿੱਚ ਆਪਣਾ ਹੀ ਪਾਣੀ ਹੁੰਦਾ ਹੈ, ਜਿਹਦੇ ਨਾਲ ਇਹ ਸਬਜ਼ੀ ਜਿਹੜੀ ਹੈ ਉਹ ਪੱਕ ਜਾਏਗੀ। ਸਾਨੂੰ ਉੱਪਰੋਂ ਐਕਸਟਰਾ ਪਾਣੀ ਜਾਂ ਘੀ ਕਿਸੇ ਵੀ ਚੀਜ਼ ਦੀ ਜ਼ਰੂਰਤ ਇਸ ਸਬਜ਼ੀ ਨੂੰ ਪਕਾਉਣ ਲਈ ਨਹੀਂ ਹੈ। ਚੱਪਨ ਕੱਦੂ ਦਾ ਤਾਂ ਇੰਗਲਿਸ਼ ਨਾਮ ਸਮਰ ਸਕੁਐਸ਼ ਹੈ, ਯਾਨੀ ਕਿ ਗਰਮੀਆਂ ਦੀ ਬਹੁਤ ਹੀ ਖਾਸ ਸਬਜ਼ੀ ਹੈ। ਇਹਦੀ ਤਾਸੀਰ ਪੂਰੀ ਤਰ੍ਹਾਂ ਠੰਡੀ ਹੁੰਦੀ ਹੈ। ਇਹ ਪਚਨ ਵਿੱਚ ਬਹੁਤ ਹੀ ਜ਼ਿਆਦਾ ਹਲਕਾ ਹੁੰਦਾ ਹੈ ਤੇ ਇਸ ਸਬਜ਼ੀ ਨਾਲ ਪੇਟ ਦੇ ਸਾਰੇ ਰੋਗ ਠੀਕ ਹੋ ਜਾਂਦੇ ਹਨ, ਜਿਵੇਂ ਕਿ ਤੇਜ਼ਾਬ ਬਣਨਾ ਜਾਂ ਫਿਰ ਗੈਸ ਬਣਨਾ ਜਾਂ ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਭਾਰੀਪਨ ਮਹਿਸੂਸ ਹੋਣਾ, ਅਪਚ ਹੋਣਾ ਜਾਂ ਕਬਜ਼ ਹੋਣਾ। ਕਿਸੇ ਵੀ ਤਰੀਕੇ ਦੀ ਸਮੱਸਿਆ ਹੋਵੇ, ਇਸ ਤਰ੍ਹਾਂ ਦੀਆਂ ਨਰੋਈਆਂ ਤੇ ਹਲਕੀਆਂ ਸਬਜ਼ੀਆਂ ਖਾਣ ਨਾਲ ਉਹ ਤੁਰੰਤ ਹੀ ਖਤਮ ਹੋ ਜਾਂਦੀਆਂ ਹਨ। ਤੇ ਜੇ ਸਬਜ਼ੀ ਨੂੰ ਪਕਾਉਣ ਲਈ ਇਹ ਤਰੀਕਾ ਵਰਤਿਆ ਜਾਵੇ ਤੇ ਮਸਾਲਿਆਂ ਦੀ ਵਰਤੋਂ ਵੀ ਇੱਕ ਬੈਲੈਂਸ ਮਾਤਰਾ ਦੇ ਵਿੱਚ ਪਾਈ ਜਾਵੇ ਤਾਂ ਗਰਮੀਆਂ ਦੇ ਵਿੱਚ ਇਹ ਸਬਜ਼ੀਆਂ ਸਾਨੂੰ ਕਦੀ ਵੀ ਤੇਜ਼ਾਬ ਬਣਨ ਨਹੀਂ ਦਿੰਦੀਆਂ ਤੇ ਨਾ ਹੀ ਸਾਡੇ ਹੱਥਾਂ ਪੈਰਾਂ 'ਚ ਜਲਨ ਹੁੰਦੀ ਹੈ, ਨਾ ਹੀ ਪਿਸ਼ਾਬ ਵਿੱਚ ਕਿਸੇ ਤਰ੍ਹਾਂ ਦਾ ਦਾਅ ਪੈਦਾ ਹੁੰਦਾ ਹੈ। ਹੁਣ ਅਸੀਂ ਇਹਦੇ ਵਿੱਚ ਇੱਕ ਛੋਟਾ ਜਿਹਾ ਟਮਾਟਰ ਬਰੀਕ ਕੱਟ ਕੇ ਪਾ ਦਿਆਂਗੇ। ਟਮਾਟਰ ਦਾ ਸਾਈਜ਼ ਅਸੀਂ ਬਿਲਕੁਲ ਹੀ ਛੋਟਾ ਲਿਆ ਹੈ। ਤੁਸੀਂ ਚਾਹੋ ਤਾਂ ਇਸ ਸਬਜ਼ੀ ਨੂੰ ਬਿਨਾਂ ਟਮਾਟਰ ਦੇ ਵੀ ਬਣਾ ਸਕਦੇ ਹੋ, ਕਿਉਂਕਿ ਗਰਮੀਆਂ ਦੇ ਵਿੱਚ ਸਾਨੂੰ ਜ਼ਿਆਦਾ ਟਮਾਟਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਖਾਸ ਕਰਕੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤੇਜ਼ਾਬ ਬਣਦਾ ਹੈ ਉਹਨਾਂ ਨੂੰ ਤਾਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਅਕਸਰ ਅਸੀਂ ਟਮਾਟਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਬਜ਼ੀਆਂ ਵਿੱਚ ਪਾਉਂਦੇ ਹਾਂ, ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਟਮਾਟਰ ਦੀ ਗ੍ਰੇਵੀ ਦੇ ਨਾਲ ਸਬਜ਼ੀਆਂ ਬਹੁਤ ਜ਼ਿਆਦਾ ਟੇਸਟੀ ਹੋ ਜਾਂਦੀਆਂ ਨੇ, ਪਰ ਸਵਾਦ ਨਾਲੋਂ ਸਿਹਤ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਹੁਣ ਅਸੀਂ ਇਹਦੇ ਵਿੱਚ ਸੈਂਧਾ ਨਮਕ ਲੋੜ ਦੇ ਅਨੁਸਾਰ ਪਾ ਦਿੱਤਾ ਹੈ। ਹੁਣ ਅਸੀਂ ਇਹਨੂੰ ਢੱਕ ਕੇ ਪੱਕਣ ਲਈ ਰੱਖ ਦਿਆਂਗੇ। ਜੇ ਅਸੀਂ ਗਰਮੀਆਂ ਵਿੱਚ ਵੀ ਓਨੇ ਹੀ ਮਿਰਚ ਮਸਾਲੇ ਖਾਂਦੇ ਰਵਾਂਗੇ ਤਾਂ ਅਸੀਂ ਹਜ਼ਾਰਾਂ ਹੀ ਬਿਮਾਰੀਆਂ ਨੂੰ ਸੱਦਾ ਦੇ ਲਵਾਂਗੇ, ਕਿਉਂਕਿ ਸਾਡੇ ਸਰੀਰ ਦਾ ਪਿੱਤ ਦੋਸ਼ ਪੂਰੀ ਤਰ੍ਹਾਂ ਦੂਸ਼ਿਤ ਹੋ ਜਾਏਗਾ ਤੇ ਇਹ ਦੂਸ਼ਿਤ ਪਿੱਤ ਸੀਨੇ ਵਿੱਚ ਜਲਨ, ਹੱਥਾਂ ਪੈਰਾਂ 'ਚ ਜਲਨ, ਬਵਾਸੀਰ ਤੇ ਜੋੜਾਂ ਵਿੱਚ ਦਰਦ ਤੇ ਜਲਨ, ਇੰਨਾ ਹੀ ਨਹੀਂ ਅੱਗੇ ਚੱਲ ਕੇ ਹਾਰਟ ਤੇ ਕਿਡਨੀ ਵਰਗੇ ਭਿਅੰਕਰ ਰੋਗਾਂ ਨੂੰ ਵੀ ਪੈਦਾ ਕਰ ਦਿੰਦਾ ਹੈ। ਹੁਣ ਅਸੀਂ ਆਪਣੀ ਥਾਲੀ ਦੀ ਅਗਲੀ ਰੈਸਿਪੀ ਬਣਾਉਂਦੇ ਹਾਂ। ਇਹ ਹੈ ਮਸੂਰ ਦਾਲ ਦਾ ਸੂਪ।
ਮਸੂਰ ਦਾਲ ਨੂੰ ਅਸੀਂ 5-6 ਘੰਟੇ ਲਈ ਭਿਉਂ ਕੇ ਰੱਖ ਦਿੱਤਾ ਸੀ। ਇਸ ਰੈਸਿਪੀ ਨੂੰ ਬਣਾਉਣ ਦੇ ਲਈ ਅਸੀਂ ਸਿਰਫ 2 ਵੱਡੇ ਚਮਚ ਮਸੂਰ ਦਾਲ ਲਏ ਹਨ। ਮਸੂਰ ਦਾਲ ਜਿਹੜੀ ਲਾਲ ਰੰਗ ਦੀ ਛਿਲਕੇ ਵਾਲੀ ਮਸਰਾਂ ਦੀ ਦਾਲ ਹੁੰਦੀ ਹੈ। ਹੁਣ ਅਸੀਂ ਇੱਕ ਪਤੀਲੀ ਦੇ ਵਿੱਚ ਬਹੁਤ ਸਾਰਾ ਪਾਣੀ ਉਬਲਣ ਦੇ ਲਈ ਰੱਖ ਦਿਆਂਗੇ, ਲਗਭਗ 8 ਤੋਂ 10 ਗੁਣਾ ਪਾਣੀ, ਕਿਉਂਕਿ ਅੱਜ ਅਸੀਂ ਦਾਲ ਨਹੀਂ ਸਗੋਂ ਦਾਲ ਦਾ ਸੂਪ ਤਿਆਰ ਕਰ ਰਹੇ ਹਾਂ। ਪਾਣੀ ਜਿੰਨੀ ਦੇਰ ਤੱਕ ਉਬਲ ਰਿਹਾ ਹੈ ਅਸੀਂ ਆਪਣੀ ਸਬਜ਼ੀ ਨੂੰ ਇੱਕ ਵਾਰੀ ਹਿਲਾ ਦਿਆਂਗੇ ਤਾਂ ਕਿ ਉਹ ਸਾਰੀ ਇਕਸਾਰ ਪੱਕ ਜਾਵੇ। ਪਾਣੀ ਚੰਗੀ ਤਰ੍ਹਾਂ ਉਬਲ ਗਿਆ ਹੈ। ਹੁਣ ਅਸੀਂ ਭਿੱਜੀ ਹੋਈ ਦਾਲ ਜਿਹੜੀ ਹੈ ਧੋਤੀ ਹੋਈ, ਉਹ ਅਸੀਂ ਪਤੀਲੀ ਦੇ ਵਿੱਚ ਪਾ ਦਿਆਂਗੇ। ਦਾਲ ਨੂੰ ਭਿਉਣਾ ਜ਼ਰੂਰੀ ਹੈ ਜੇ ਤੁਸੀਂ ਇਹਨੂੰ ਪਤੀਲੀ ਦੇ ਵਿੱਚ ਪਕਾਉਣਾ ਹੈ। ਤੇ ਦੂਸਰੀ ਗੱਲ, ਭਿਉਣ ਨਾਲ ਦਾਲ ਦੇ ਸਾਰੇ ਟੌਕਸਿਨਸ ਜਿਹੜੇ ਨੇ ਉਹ ਨਿਕਲ ਜਾਂਦੇ ਹਨ। ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੈ ਉਹਨਾਂ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਹੈ ਤੇ ਉਹਨਾਂ ਲਈ ਇਹ ਬਹੁਤ ਹੀ ਕਾਰਗਰ ਤਰੀਕਾ ਹੈ ਕਿ ਉਹ ਦਾਲ ਤਾਂ ਨਹੀਂ ਖਾ ਸਕਦੇ ਪਰ ਮੂੰਗ ਦੀ ਦਾਲ, ਮਸੂਰ ਦੀ ਦਾਲ ਦਾ ਸੂਪ ਜਿਹੜਾ ਹੈ ਉਹ ਜ਼ਰੂਰ ਲੈ ਸਕਦੇ ਹਨ। ਇਹਦੇ ਵਿੱਚ ਅਸੀਂ ਹਲਦੀ ਤੇ ਲੋੜ ਅਨੁਸਾਰ ਨਮਕ ਪਾ ਦਿਆਂਗੇ ਤੇ ਨਾਲ ਹੀ ਅਸੀਂ ਜੀਰਾ, ਧਨੀਆ ਤੇ ਸੌਂਫ ਦਾ ਪਾਊਡਰ ਜਿਹੜਾ ਅਸੀਂ ਪੀਸ ਕੇ ਰੱਖਿਆ ਹੋਇਆ ਹੈ ਉਹ ਪਾ ਦਿਆਂਗੇ, ਕਿਉਂਕਿ ਗਰਮੀ ਦੇ ਵਿੱਚ ਅਸੀਂ ਗਰਮ ਮਸਾਲੇ ਦੀ ਵਰਤੋਂ ਨਹੀਂ ਕਰ ਰਹੇ। ਸਿਰਫ ਸੌਂਫ, ਜੀਰਾ ਤੇ ਧਨੀਆ ਜਿਹੜੇ ਗਰਮੀਆਂ ਵਿੱਚ ਵੀ ਸਾਡੇ ਸਰੀਰ ਨੂੰ ਤੰਗ ਨਹੀਂ ਕਰ ਸਕਦੇ, ਬਸ ਉਹਨਾਂ ਦੀ ਹੀ ਅਸੀਂ ਵਰਤੋਂ ਇਹਦੇ ਵਿੱਚ ਕਰਨੀ ਹੈ। ਇਸ ਦਾਲ ਦੇ ਵਿੱਚ ਨਾ ਹੀ ਅਸੀਂ ਪਿਆਜ਼ ਪਾਉਣਾ ਹੈ, ਨਾ ਹੀ ਅਸੀਂ ਟਮਾਟਰ ਪਾ ਰਹੇ ਹਾਂ ਤੇ ਨਾ ਹੀ ਅਸੀਂ ਹੀਂਗ ਦੀ ਵਰਤੋਂ ਕੀਤੀ ਹੈ, ਨਾ ਅਦਰਕ ਤੇ ਨਾ ਲਸਣ। ਬਸ ਇਸੇ ਤਰ੍ਹਾਂ ਇਸ ਦਾਲ ਨੂੰ ਉਬਾਲ ਕੇ ਅਸੀਂ ਦਾਲ ਦਾ ਪਾਣੀ ਜਿਹੜਾ ਹੈ ਉਹ ਤਿਆਰ ਕਰ ਲੈਣਾ ਹੈ ਪਤਲਾ ਪਤਲਾ। ਹੁਣ ਸਾਡੀ ਜਿਹੜੀ ਸਬਜ਼ੀ ਹੈ ਉਹ ਵੀ ਲਗਭਗ ਪੱਕ ਗਈ ਹੈ, ਬਸ ਇਹਨੂੰ 10 ਮਿੰਟ ਹੋਰ ਲੱਗਣਗੇ ਤਿਆਰ ਹੋਣ ਦੇ ਵਿੱਚ। ਹੁਣ ਅਸੀਂ ਇਹਦੇ ਵਿੱਚ ਵੀ ਲੋੜ ਅਨੁਸਾਰ ਮਸਾਲੇ ਪਾ ਦਿਆਂਗੇ। ਛੋਟੀ ਜਿਹੀ ਹਰੀ ਮਿਰਚ ਅਸੀਂ ਪਹਿਲਾਂ ਹੀ ਪਾ ਦਿੱਤੀ ਸੀ, ਨਮਕ ਵੀ ਅਸੀਂ ਪਹਿਲਾਂ ਹੀ ਪਾ ਦਿੱਤਾ ਸੀ ਕਿਉਂਕਿ ਉਹ ਸਬਜ਼ੀਆਂ ਨੂੰ ਪਕਾਉਣ 'ਚ ਮਦਦ ਕਰਦਾ ਹੈ। ਅਸੀਂ ਬਸ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾਉਣੀ ਹੈ ਤੇ ਉਹੀ ਜੀਰਾ, ਧਨੀਆ ਤੇ ਸੌਂਫ ਵਾਲਾ ਮਸਾਲਾ ਪਾਉਣਾ ਹੈ। ਬਸ ਹੋਰ ਅਸੀਂ ਇਹਦੇ ਵਿੱਚ ਕੁਝ ਵੀ ਨਹੀਂ ਪਾਉਣਾ। ਤੇ ਹਲਦੀ ਦੀ ਗੱਲ ਜਿਹੜੀ ਹੈ, ਮੈਂ ਹਮੇਸ਼ਾ ਆਪਣੀ ਸਬਜ਼ੀਆਂ 'ਚ ਲਾਸਟ ਤੇ ਹਲਦੀ ਪਾਉਂਦੀ ਹਾਂ, ਕਿਉਂਕਿ ਮੈਂ ਜਾਂ ਤਾਂ ਸਬਜ਼ੀਆਂ ਦੇ ਵਿੱਚ ਘੀ ਪਾਉਂਦੀ ਹੀ ਨਹੀਂ ਤੇ ਜਾਂ ਫਿਰ ਬਹੁਤ ਹੀ ਨਾਮਾਤਰ ਜਿਹਾ ਘੀ ਪਾ ਕੇ ਸਬਜ਼ੀਆਂ ਬਣਾਉਂਦੀ ਹਾਂ। ਤੇ ਜੇ ਮੈਂ ਮਸਾਲੇ ਪਹਿਲਾਂ ਹੀ ਪਾ ਦਿਆਂਗੀ ਤਾਂ ਸਾਰੇ ਮਸਾਲੇ ਥੱਲੇ ਲੱਗ ਜਾਣਗੇ। ਪਰ ਹਲਦੀ ਹਰ ਕੋਈ ਕਹਿੰਦਾ ਹੈ ਕਿ ਕੱਚੀ ਰਹਿ ਜਾਂਦੀ ਹੈ, ਪਰ ਇੱਕ ਰਾਜ਼ ਦੀ ਗੱਲ ਇਹ ਹੈ ਕਿ ਜੇ ਹਲਦੀ ਨੂੰ ਤੁਸੀਂ ਘਰ ਵਿੱਚ ਪਿਸਵਾਓਗੇ, ਉਹ ਹਲਦੀ ਕਦੀ ਵੀ ਬੁਰਾ ਸਵਾਦ ਨਹੀਂ ਦਿੰਦੀ ਤੇ ਨਾ ਹੀ ਕਦੀ ਕੱਚੀ ਰਹਿੰਦੀ ਹੈ, ਉਹ 5 ਮਿੰਟ ਵਿੱਚ ਹੀ ਪੱਕ ਜਾਂਦੀ ਹੈ। ਚੰਗੀ ਤਰ੍ਹਾਂ ਹਿਲਾ ਕੇ ਅਸੀਂ ਇਹਨੂੰ 7-8 ਮਿੰਟ ਲਈ ਹੋਰ ਢੱਕ ਦਿਆਂਗੇ। ਇਸ ਸਬਜ਼ੀ ਨੂੰ ਪਕਾਉਣ ਲਈ ਇੱਕ ਬੂੰਦ ਵੀ ਪਾਣੀ ਦੀ ਜ਼ਰੂਰਤ ਨਹੀਂ ਪਈ, ਕਿਉਂਕਿ ਕੱਦੂ ਦੇ ਵਿੱਚ ਆਪਣਾ ਹੀ ਪਾਣੀ ਸੀ ਜਿਹਦੇ ਨਾਲ ਇਹ ਮਸਾਲੇ ਵੀ ਪੱਕ ਜਾਣਗੇ ਤੇ ਸਾਡੀ ਜਿਹੜੀ ਸਬਜ਼ੀ ਹੈ ਉਹ ਬਿਲਕੁਲ ਤਿਆਰ ਹੋ ਜਾਏਗੀ। ਥੋੜਾ ਜਿਹਾ ਅਸੀਂ ਹਰਾ ਧਨੀਆ ਵੀ ਇਹਦੇ ਉੱਪਰ ਪਾ ਦਿਆਂਗੇ ਤੇ ਹਰਾ ਧਨੀਆ ਵੀ ਗਰਮੀਆਂ ਲਈ ਬਹੁਤ ਚੰਗਾ ਹੁੰਦਾ ਹੈ, ਠੰਡੀ ਤਾਸੀਰ ਦਾ ਹੁੰਦਾ ਹੈ। ਤੁਸੀਂ ਵੇਖੋ ਕਿ ਇਸ ਸਬਜ਼ੀ ਵਿੱਚ ਅਸੀਂ ਕੁਝ ਵੀ ਗਰਮ ਨਹੀਂ ਪਾਇਆ ਤਾਂ ਇਹ ਸਬਜ਼ੀ ਕਿਸ ਤਰ੍ਹਾਂ ਸਾਨੂੰ ਤੇਜ਼ਾਬ ਬਣਾ ਸਕਦੀ ਹੈ, ਜਦੋਂ ਕਿ ਅਸੀਂ ਤਾਂ ਆਮ ਘਰਾਂ ਵਿੱਚ ਕੱਦੂ ਵਿੱਚ ਵੀ ਬਹੁਤਾ ਹੀ ਜ਼ਿਆਦਾ ਟਮਾਟਰ, ਦੁੱਧ, ਮਲਾਈ, ਪਤਾ ਨਹੀਂ ਕੀ ਕੁਝ ਪਾ ਕੇ ਬਣਾਉਂਦੇ ਹਾਂ ਤੇ ਜਿਹੜਾ ਕੱਦੂ ਬਿਮਾਰੀਆਂ ਨੂੰ ਠੀਕ ਕਰਦਾ ਹੈ ਉਹ ਵੀ ਤੇਜ਼ਾਬ ਦਾ ਹੀ ਘਰ ਬਣ ਜਾਂਦਾ ਹੈ। ਇੰਨੇ ਸੋਹਣੇ ਕੁਦਰਤੀ ਰੰਗਾਂ ਵਾਲੀ ਸਬਜ਼ੀ ਤਿਆਰ ਹੈ, ਮੂੰਹ ਵਿੱਚ ਜਾਂਦੀ ਹੈ ਤਾਂ ਘੁਲਦੀ ਜਾਂਦੀ ਹੈ ਤੇ ਬਿਲਕੁਲ ਕੋਈ ਸਾੜਾ ਪੈਦਾ ਨਹੀਂ ਕਰਦੀ ਇਹ ਸਬਜ਼ੀ। ਇਹ ਬਿਲਕੁਲ ਬਿਨਾਂ ਘਿਓ ਦੇ ਤਿਆਰ ਹੈ। ਜਿਹੜੇ ਲੋਕ ਘਿਓ ਨੂੰ ਅਵੋਇਡ ਕਰਨਾ ਚਾਹੁੰਦੇ ਹਨ ਉਹ ਇਹਨੂੰ ਇਸੇ ਤਰੀਕੇ ਨਾਲ ਖਾ ਸਕਦੇ ਹਨ, ਪਰ ਗਰਮੀਆਂ ਲਈ ਘਿਓ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਘਿਓ ਵੀ ਤਾਸੀਰ ਦੇ ਵਿੱਚ ਠੰਡਾ ਹੁੰਦਾ ਹੈ। ਜੇ ਤੁਸੀਂ ਰਿਫਾਈਨਡ, ਮੈਦਾ, ਚੀਨੀ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਛੱਡ ਦਿੰਦੇ ਹੋ, ਤਲੀਆਂ ਹੋਈਆਂ ਚੀਜ਼ਾਂ ਛੱਡ ਦਿੰਦੇ ਹੋ, ਤਾਂ ਤੁਹਾਨੂੰ ਦੇਸੀ ਘਿਓ ਖਾਣਾ ਬਿਲਕੁਲ ਅਲਾਉਡ ਹੈ। ਉਹ ਕੋਈ ਕੋਲੇਸਟ੍ਰੋਲ ਨਹੀਂ ਵਧਾਉਂਦਾ ਤੇ ਨਾ ਹੀ ਮੋਟਾਪਾ ਲੈ ਕੇ ਆਉਂਦਾ ਹੈ। ਇਹਦਾ ਸਿੱਧਾ ਜਿਹਾ ਲੌਜਿਕ ਇਹ ਹੈ ਕਿ ਜੇ ਸੁੱਕੀ ਲੱਕੜੀ ਨੂੰ ਤੋੜਨ ਦੀ ਕੋਸ਼ਿਸ਼ ਕਰੋਗੇ ਤਾਂ ਉਹ 1 ਮਿੰਟ ਵਿੱਚ ਟੁੱਟ ਜਾਏਗੀ ਤੇ ਜੇ ਕਿਸੇ ਲੱਕੜੀ ਦੇ ਵਿੱਚ ਚਿਕਨਾਈ ਤੇ ਰਸ ਹੋਵੇਗਾ, ਉਹਨੂੰ ਤੁਸੀਂ ਮੋੜ ਦਿਓਗੇ ਤਾਂ ਉਹ ਵਾਪਸ ਆਪਣੀ ਸ਼ੇਪ 'ਚ ਆ ਜਾਏਗੀ ਪਰ ਟੁੱਟੇਗੀ ਨਹੀਂ। ਹੁਣ ਅਸੀਂ ਇਹਦੇ ਵਿੱਚ ਲੋੜ ਅਨੁਸਾਰ ਘੀ ਪਾ ਦਿਆਂਗੇ। ਇਹ ਘੀ 1-1 ਚਮਚ ਹੀ ਪੂਰੇ ਪਰਿਵਾਰ ਨੂੰ ਆਏਗਾ ਤੇ ਇੰਨਾ ਕੁ ਘੀ ਖਾਣਾ ਜ਼ਰੂਰੀ ਹੈ। ਤੇ ਉੱਪਰੋਂ ਪਾ ਕੇ ਖਾਦਾ ਹੋਇਆ ਘੀ ਜਿਹੜਾ ਹੈ ਇਸ ਸਬਜ਼ੀ ਨੂੰ ਹੋਰ ਵੀ ਠੰਡਾ ਕਰ ਦਿੰਦਾ ਹੈ ਤੇ ਸਾਡੇ ਸਰੀਰ ਨੂੰ ਵੀ ਬਹੁਤ ਜ਼ਿਆਦਾ ਪੋਸ਼ਣ ਦਿੰਦਾ ਹੈ।
ਸਬਜ਼ੀਆਂ ਦੀ ਤਿਆਰੀ ਕਰਨ ਤੋਂ ਬਾਅਦ ਹੁਣ ਅਸੀਂ ਆਟੇ ਨੂੰ ਗੁੰਨਣ ਲੱਗੇ ਹਾਂ। ਆਟਾ ਜਿਹੜਾ ਹੈ ਉਹ ਮੈਂ ਕਣਕ ਦਾ ਹੀ ਲਿਆ ਹੈ। ਵੈਸੇ ਗਰਮੀਆਂ ਦੇ ਵਿੱਚ ਕਣਕ ਦਾ ਆਟਾ ਇੰਨਾ ਮਾੜਾ ਨਹੀਂ ਹੁੰਦਾ, ਕਿਉਂਕਿ ਕਣਕ ਦੇ ਆਟਾ ਵੀ ਜਿਹੜਾ ਹੈ ਉਹ ਮਿੱਠੇ ਰਸ ਵਾਲਾ ਤੇ ਠੰਡੀ ਤਾਸੀਰ ਦਾ ਹੁੰਦਾ ਹੈ। ਇਹ ਆਟਾ ਸਨੇਹ ਵਾਲਾ ਵੀ ਹੁੰਦਾ ਹੈ। ਇਹਦੇ ਅੰਦਰ ਇੰਨਾ ਰੁੱਖਾਪਨ ਨਹੀਂ ਹੁੰਦਾ ਕਿ ਸਾਡੇ ਸਰੀਰ ਨੂੰ ਖੁਸ਼ਕ ਕਰ ਦੇਵੇ। ਗਰਮੀਆਂ ਦੀ ਧੁੱਪ ਤੇ ਗਰਮੀ ਦੋਨੋਂ ਹੀ ਸਾਡੇ ਸਰੀਰ ਦੇ ਵਿੱਚ ਵਾਤ ਤੇ ਪਿੱਤ ਦੋਸ਼ਾਂ ਨੂੰ ਵਧਾ ਦਿੰਦੇ ਹੈ, ਜਿਸ ਕਰਕੇ ਸਾਨੂੰ ਠੰਡੀ ਤਾਸੀਰ ਦੀਆਂ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਜਦੋਂ ਥੋੜੀ ਹੋਰ ਗਰਮੀ ਹੋਵੇਗੀ ਤਾਂ ਸਾਨੂੰ ਜੌਂ ਦਾ ਆਟਾ ਬਹੁਤ ਆਸਾਨੀ ਨਾਲ ਮਿਲਣ ਲੱਗ ਜਾਏਗਾ। ਜੌਂ ਦਾ ਆਟਾ ਜਿਹੜਾ ਹੈ ਉਹ ਵੀ ਤਾਸੀਰ 'ਚ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਤੇ ਸ਼ੂਗਰ ਦੇ ਰੋਗੀਆਂ ਲਈ ਤੇ ਜਿੰਨੇ ਵੀ ਲਾਈਫ ਸਟਾਈਲ ਡਿਸਆਰਡਰਸ ਹੁੰਦੇ ਹਨ, ਜਿਵੇਂ ਕਿ PCOD, ਥਾਇਰਾਇਡ ਜਾਂ ਗਿਲਟੀਆਂ ਹੋਣਾ, ਰਸੋਲੀਆਂ ਹੋਣਾ, ਸਭ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਅੱਜ ਮੇਰੇ ਕੋਲ ਜੌਂ ਦਾ ਆਟਾ ਨਹੀਂ ਸੀ, ਪਰ ਜੇ ਤੁਹਾਡੇ ਕੋਲ ਹੁਣ ਵੀ ਜੌਂ ਦਾ ਆਟਾ ਹੈ ਤਾਂ ਤੁਸੀਂ ਥੋੜਾ ਜਿਹਾ ਗੇਹੂੰ ਦਾ ਆਟਾ ਪਾ ਕੇ ਤੇ ਬਾਕੀ ਜੌਂ ਦਾ ਆਟਾ ਗੁੰਨ ਲਵੋ। ਉਹ ਗਰਮੀਆਂ ਲਈ ਬਹੁਤ ਹੀ ਜ਼ਿਆਦਾ ਚੰਗਾ ਹੈ। ਤੇ ਆਟੇ ਨੂੰ ਗੁੰਨਣ ਦੇ ਲਈ ਅਸੀਂ ਨਾਰਮਲ ਪਾਣੀ ਦਾ ਇਸਤੇਮਾਲ ਕਰ ਰਹੇ ਹਾਂ। ਆਟਾ ਗੁੰਨਦੇ ਵਕਤ ਸਾਨੂੰ ਧਿਆਨ ਇਹ ਰੱਖਣਾ ਚਾਹੀਦਾ ਹੈ ਕਿ ਸਾਡਾ ਆਟਾ ਜਿਹੜਾ ਹੈ ਉਹ ਕਦੀ ਵੀ ਸਖਤ ਨਹੀਂ ਹੋਣਾ ਚਾਹੀਦਾ। ਸਖਤ ਆਟੇ ਦੀ ਰੋਟੀ ਪੇਟ ਨੂੰ ਵੀ ਸਖਤ ਹੀ ਕਰ ਦਿੰਦੀ ਹੈ। ਇਸ ਕਰਕੇ ਜਿੰਨਾ ਮੁਲਾਇਮ ਤੇ ਜਿੰਨਾ ਨਰਮ ਆਟਾ ਅਸੀਂ ਗੁੰਨਾਂਗੇ ਓਨਾ ਹੀ ਸਾਡਾ ਪੇਟ ਜਿਹੜਾ ਹੈ ਉਹ ਨਰਮ ਰਹੇਗਾ। ਇਸ ਕਰਕੇ ਆਟਾ ਗੁੰਨਣ ਲੱਗੇ ਪਾਣੀ ਦੀ ਮਾਤਰਾ ਪੂਰੀ ਤਰ੍ਹਾਂ ਧਿਆਨ ਨਾਲ ਪਾਉਣੀ ਚਾਹੀਦੀ ਹੈ। ਘੱਟ ਪਾਣੀ ਨਾਲ ਜੇ ਅਸੀਂ ਆਟਾ ਗੁੰਨਾਂਗੇ ਤਾਂ ਉਹ ਬਹੁਤ ਸਖਤ ਬਣੇਗਾ। ਆਟੇ ਨੂੰ ਇਸ ਤਰ੍ਹਾਂ ਦਬਾ ਕੇ ਦੇਖੋ, ਹਲੇ ਵੀ ਇਹਨੂੰ ਪਾਣੀ ਦੀ ਹੋਰ ਲੋੜ ਹੈ। ਇਹਨੂੰ ਪਾਣੀ ਨਾਲ ਇੰਨਾ ਵਧੀਆ ਗੁੰਨ ਲਓ ਕਿ ਆਟਾ ਜਿਹੜਾ ਹੈ ਉਹ ਬਿਲਕੁਲ ਸੌਫਟ ਹੋਵੇ। ਤੁਸੀਂ ਇਹਦੇ ਵਿੱਚ ਹੱਥ ਲਗਾਓ ਤਾਂ ਹੱਥ ਤੁਹਾਡਾ ਬਿਲਕੁਲ ਅੰਦਰ ਚਲਾ ਜਾਵੇ। ਇਹ ਪੂਰਾ ਵਧੀਆ ਨਰਮ ਆਟਾ ਗੁੰਨਿਆ ਜਾਣਾ ਚਾਹੀਦਾ ਹੈ। ਆਟੇ ਲਈ ਦੂਸਰਾ ਜਿਹੜਾ ਟਿਪ ਹੈ ਉਹ ਇਹ ਹੈ ਕਿ ਆਟਾ ਹਮੇਸ਼ਾ ਹੀ ਤਾਜ਼ਾ ਗੁੰਨੋ। ਆਟਾ ਗੁੰਨਣ ਤੇ ਵੱਧ ਤੋਂ ਵੱਧ 5 ਮਿੰਟ ਦਾ ਹੀ ਸਮਾਂ ਲੱਗਦਾ ਹੈ, ਪਰ ਅਸੀਂ ਬਹੁਤ ਜ਼ਿਆਦਾ ਆਟਾ ਗੁੰਨਣ ਲੱਗੇ ਆਲਸ ਮਹਿਸੂਸ ਕਰਦੇ ਹਾਂ। ਜਦੋਂ ਕਿ ਜਿੰਨੀ ਦੇਰ 'ਚ ਸਾਡੀਆਂ ਸਬਜ਼ੀਆਂ ਤਿਆਰ ਹੁੰਦੀਆਂ ਨੇ ਤੇ ਅਸੀਂ ਹੋਰ ਤਿਆਰੀ ਕਰਦੇ ਹਾਂ, ਓਨੀ ਦੇਰ 'ਚ ਤਾਂ ਸਾਡਾ ਆਟਾ ਸੈੱਟ ਵੀ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਟਾ ਗੁੰਨ ਕੇ ਰੱਖ ਲਵੋ ਜੇ ਤੁਹਾਨੂੰ ਆਟਾ ਗੁੰਨਣਾ ਔਖਾ ਲੱਗਦਾ ਹੈ, ਤੇ ਬਾਕੀ ਦਾ ਕਿਚਨ ਦਾ ਕੰਮ ਬਾਅਦ ਵਿੱਚ ਕਰ ਲਵੋ। ਜਦੋਂ ਤੱਕ ਤੁਹਾਡੀ ਰੋਟੀ ਬਣਾਉਣ ਦੀ ਵਾਰੀ ਆਏਗੀ ਉਦੋਂ ਤੱਕ ਆਟਾ ਪੂਰੀ ਤਰ੍ਹਾਂ ਰਸ ਚੁੱਕਿਆ ਹੋਵੇਗਾ। ਜੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਰੁਝੇਵੇਂ ਹਨ ਤਾਂ ਮੈਂ ਸਮਝਦੀ ਹਾਂ ਕਿ ਇਸ ਤਰ੍ਹਾਂ ਤਾਜ਼ਾ ਖਾਣਾ ਬਣਾਉਣਾ ਜ਼ਿਆਦਾ ਆਸਾਨ ਕੰਮ ਨਹੀਂ ਹੈ, ਪਰ ਫਿਰ ਵੀ ਤੁਸੀਂ ਇੱਕ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਸਵੇਰ ਦੇ ਸਮੇਂ ਹੀ ਪੂਰੇ ਦਿਨ ਦਾ ਖਾਣਾ ਬਣਾ ਲਵੋ ਤੇ ਉਸੇ ਦਿਨ ਦੇ ਵਿੱਚ ਤੁਸੀਂ ਉਸ ਪੂਰੇ ਖਾਣੇ ਨੂੰ ਖਤਮ ਕਰ ਲਵੋ। ਬੇਸ਼ੱਕ ਤੁਸੀਂ ਲੰਚ ਤੇ ਡਿਨਰ ਆਪਣਾ ਸੇਮ ਹੀ ਕਰ ਲਵੋ ਤੇ ਅਗਲੇ ਦਿਨ ਸਵੇਰੇ ਆਪਣੀ ਰਸੋਈ ਵਿੱਚ ਨਵਾਂ ਖਾਣਾ ਬਣਾਓ। ਕਦੀ ਵੀ ਫ੍ਰਿਜ ਦੇ ਵਿੱਚ ਰਾਤ ਭਰ ਖਾਣਾ ਸਟੋਰ ਕਰਕੇ ਰੱਖ ਕੇ ਅਗਲੇ ਦਿਨ ਨਾ ਖਾਓ। ਹਮੇਸ਼ਾ ਇਹ ਕੋਸ਼ਿਸ਼ ਕਰੋ ਕਿ ਤੁਸੀਂ ਉਸ ਦਿਨ ਦਾ ਖਾਣਾ ਉਸੇ ਦਿਨ ਦੇ ਵਿੱਚ ਕੰਜ਼ਿਊਮ ਕਰ ਲਵੋ। ਆਟਾ ਬਿਲਕੁਲ ਤਿਆਰ ਹੋ ਗਿਆ ਹੈ। ਹਾਲਾਂਕਿ ਮੈਂ ਇਹਨੂੰ ਕੋਈ ਬਹੁਤਾ ਰਸਾਇਆ ਨਹੀਂ, ਹਲੇ ਸਿਰਫ ਮਲਿਆ ਹੀ ਹੈ। ਹੁਣ ਤੁਸੀਂ ਇਹਨੂੰ ਢੱਕ ਕੇ ਰੱਖ ਦਿਓ ਤੇ ਬਾਕੀ ਦੇ ਰਸੋਈ ਦੇ ਕੰਮ ਨਿਬੇੜ ਲਓ। ਤੁਹਾਨੂੰ ਬਹੁਤਾ ਜ਼ਿਆਦਾ ਆਟੇ ਨੂੰ ਰਸਾਉਣ ਦੀ ਜ਼ਰੂਰਤ ਨਹੀਂ ਹੈ, ਸਿਰਫ ਉਹਨੂੰ ਗੁੰਨ ਕੇ ਤੇ ਢੱਕ ਕੇ ਰੱਖ ਦਿਓ। ਆਟੇ ਨੂੰ ਗੁੰਨੇ ਨੂੰ 15-20 ਮਿੰਟ ਹੋ ਗਏ ਹਨ। ਬਸ ਅਸੀਂ ਥੋੜਾ ਜਿਹਾ ਘਿਓ ਦਾ ਹੱਥ ਲਗਾ ਕੇ ਆਟੇ ਨੂੰ ਰਸਾ ਲਵਾਂਗੇ ਤੇ ਇਹ 1 ਮਿੰਟ ਦੇ ਵਿੱਚ ਹੀ ਹੋ ਜਾਏਗਾ। ਤੇ ਮੈਂ ਹਰ ਰੋਜ਼ ਇਹੀ ਕਰਦੀ ਹਾਂ, ਕਿਉਂਕਿ ਤਾਜ਼ੇ ਆਟੇ ਦੀ ਰੋਟੀ ਪਕਾਉਣੀ ਵਾਕਈ ਔਖੀ ਲੱਗਦੀ ਹੈ। ਮੈਂ ਵੀ ਬਹੁਤ ਜ਼ਿਆਦਾ ਰੁਝੇਵਿਆਂ ਦੇ ਵਿੱਚ ਹੁੰਦੀ ਹਾਂ, ਪਰ ਤਾਜ਼ਾ ਆਟਾ ਗੁੰਨਣ ਦੀ ਇਹ ਟ੍ਰਿਕ ਮੈਨੂੰ ਬਹੁਤ ਆਸਾਨ ਲੱਗਦੀ ਹੈ। ਬਸ ਉਹਨੂੰ ਥੋੜਾ ਜਿਹਾ ਮਲ ਕੇ ਰੱਖ ਦਿਓ। 15 ਮਿੰਟ ਬਾਅਦ 2-3 ਬੂੰਦਾਂ ਘਿਓ ਦੇ ਨਾਲ ਉਹਨੂੰ ਰਸਾ ਲਵੋ। ਤੁਹਾਡਾ ਆਟਾ ਰੋਟੀ ਬਣਾਉਣ ਦੇ ਲਈ ਬਿਲਕੁਲ ਤਿਆਰ ਹੈ ਤੇ ਇਸ ਤਾਜ਼ੇ ਆਟੇ ਦੀਆਂ ਰੋਟੀਆਂ ਬਹੁਤ ਜ਼ਿਆਦਾ ਸੋਹਣੀਆਂ ਬਣਦੀਆਂ ਹਨ। ਬਿਲਕੁਲ ਵੀ ਇਹ ਨਹੀਂ ਲੱਗਦਾ ਕਿ ਅਸੀਂ ਇਹਨੂੰ ਹੁਣੇ 5 ਮਿੰਟ ਪਹਿਲਾਂ ਗੁੰਨਿਆ ਹੈ। ਹੁਣ ਵੀ ਜਿਹੜੀਆਂ ਭੈਣਾਂ ਬਹੁਤ ਜ਼ਿਆਦਾ ਆਟੇ ਨੂੰ ਰਸਾਉਂਦੀਆਂ ਨੇ ਉਹਨਾਂ ਨੂੰ ਬਹੁਤ-ਬਹੁਤ ਸ਼ਾਬਾਸ਼ ਹੈ, ਪਰ ਮੈਂ ਖੁਦ ਵੀ ਇੰਨਾ ਵਕਤ ਨਹੀਂ ਦੇ ਸਕਦੀ, ਤਾਂ ਮੈਨੂੰ ਇਹ ਟ੍ਰਿਕ ਬਹੁਤ ਚੰਗੀ ਲੱਗਦੀ ਹੈ। ਇਹਦੇ ਨਾਲ ਆਟਾ ਆਪਣੇ ਆਪ ਹੀ ਰਸ ਜਾਂਦਾ ਹੈ ਤੇ ਦੋਨੇ ਵਕਤ ਰੋਟੀ ਪਕਾਉਣ ਦੇ ਲਈ ਤਾਜ਼ਾ ਆਟਾ ਵੀ ਮਿਲ ਜਾਂਦਾ ਹੈ। ਨਰਮ ਤੇ ਮੁਲਾਇਮ ਆਟਾ ਬਿਲਕੁਲ ਤਿਆਰ ਹੈ। ਮਸਰਾਂ ਦੀ ਦਾਲ ਦਾ ਸੂਪ ਵੀ ਬਿਲਕੁਲ ਤਿਆਰ ਹੈ, ਜਿਹੜਾ ਕਿ ਨਵਜੰਮੇ ਬੱਚੇ ਤੋਂ ਲੈ ਕੇ ਬਿਲਕੁਲ ਬਜ਼ੁਰਗ ਲਈ ਵੀ ਬਹੁਤ ਚੰਗਾ ਹੈ। ਤਾਸੀਰ ਵਿੱਚ ਬਿਲਕੁਲ ਠੰਡਾ ਹੈ, ਪੇਟ ਦੇ ਲਈ ਬਹੁਤ ਜ਼ਿਆਦਾ ਵਧੀਆ ਹੈ, ਹਾਜ਼ਮੇ ਲਈ ਬਹੁਤ ਜ਼ਿਆਦਾ ਵਧੀਆ ਹੈ। ਬਿਮਾਰਾਂ ਲਈ ਇੱਕ એનર્ਜੀ ਡਰਿੰਕ ਹੈ। ਜਿਹੜੇ ਭਾਰ ਘਟਾਉਣਾ ਚਾਹੁੰਦੇ ਹਨ ਉਹਨਾਂ ਲਈ ਵੀ ਬਹੁਤ ਚੰਗਾ એનર્ਜੀ ਡਰਿੰਕ ਹੈ। ਤਾਂ ਇਹ ਸੂਪ ਸਾਡਾ ਤਿਆਰ ਹੈ। ਅਸੀਂ ਥੋੜਾ ਜਿਹਾ ਧਨੀਆ ਪਾ ਕੇ ਗੈਸ ਨੂੰ ਬੰਦ ਕਰ ਦਿਆਂਗੇ। ਆਓ ਹੁਣ ਰੋਟੀ ਪਕਾਉਂਦੇ ਹਾਂ।
ਤਵਾ ਗਰਮ ਹੋ ਰਿਹਾ ਹੈ ਤੇ ਉਨੀ ਦੇਰ ਤੱਕ ਅਸੀਂ ਆਪਣੀ ਰੋਟੀ ਨੂੰ ਵੇਲ ਲਵਾਂਗੇ। ਰੋਟੀ ਨੂੰ ਬਹੁਤ ਜ਼ਿਆਦਾ ਮੋਟਾ ਵੀ ਨਹੀਂ ਰੱਖਣਾ ਚਾਹੀਦਾ, ਪਰ ਬਹੁਤ ਹੀ ਜ਼ਿਆਦਾ ਪਤਲਾ ਵੀ ਨਹੀਂ ਰੱਖਣਾ ਚਾਹੀਦਾ ਕਿ ਉਹ ਠੀਕ ਤਰ੍ਹਾਂ ਫੁੱਲੇ ਹੀ ਨਾ ਤੇ ਸੁੱਕੀ ਪਾਪੜ ਵਰਗੀ ਬਣ ਜਾਵੇ। ਥੋੜੀ ਜਿਹੀ ਠੀਕ ਤਰ੍ਹਾਂ ਵੇਲੀ ਹੋਈ ਰੋਟੀ ਜਿਹੜੀ ਹੈ ਉਹ ਨਰਮ ਤੇ ਮੁਲਾਇਮ ਰਹਿੰਦੀ ਹੈ। ਤਵੇ ਦਾ ਜਿਹੜਾ ਟੈਂਪਰੇਚਰ ਹੈ ਉਹ ਵੀ ਠੀਕ ਹੋਣਾ ਚਾਹੀਦਾ ਹੈ। ਬਹੁਤਾ ਠੰਡਾ ਹੋਏਗਾ ਤਾਂ ਰੋਟੀ ਸੁੱਕ ਜਾਏਗੀ ਤੇ ਬਹੁਤਾ ਗਰਮ ਹੋਏਗਾ ਤਾਂ ਸੜ ਜਾਏਗੀ। ਹੁਣ ਅਸੀਂ ਦੇਖਾਂਗੇ ਕਿ ਫੁੱਲਵੀਂ ਰੋਟੀ ਨੂੰ ਕਿਸ ਤਰ੍ਹਾਂ ਪਕਾਉਣਾ ਹੈ। ਪਹਿਲੀ ਵਾਰ ਰੋਟੀ ਨੂੰ ਤੁਰੰਤ ਹੀ ਬਦਲ ਦਿਓ, ਬਸ ਉਹ ਹਲਕੀ ਜਿਹੀ ਪੱਕੀ ਹੋਣੀ ਚਾਹੀਦੀ ਹੈ 1 ਮਿੰਟ ਦੇ ਅੰਦਰ ਅੰਦਰ। ਹੁਣ ਦੂਸਰੇ ਪਾਸੇ ਨੂੰ ਅਸੀਂ ਚੰਗੀ ਤਰ੍ਹਾਂ ਪਕਾ ਲਵਾਂਗੇ, ਲਗਭਗ ਪੂਰੀ ਤਰ੍ਹਾਂ ਅਸੀਂ ਉਹਨੂੰ ਬਦਲ ਕੇ ਪਕਾ ਲਵਾਂਗੇ। ਅਕਸਰ ਮੈਂ ਦੇਖਿਆ ਹੈ ਕਿ ਲੋਕ ਚਿਮਟੇ ਦੀ ਸਹਾਇਤਾ ਨਾਲ ਗੈਸ ਦੇ ਉੱਪਰ ਹੀ ਰੋਟੀ ਨੂੰ ਫੁਲਾਉਂਦੇ ਹਨ, ਜਿਹੜਾ ਕਿ ਬਹੁਤ ਗਲਤ ਹੈ ਕਿਉਂਕਿ ਗੈਸ ਤਾਂ ਇੰਨੀ ਜ਼ਿਆਦਾ ਹਾਨੀਕਾਰਕ ਹੈ। ਪਹਿਲਾਂ ਜਦੋਂ ਅਸੀਂ ਚੁੱਲ੍ਹੇ ਤੇ ਰੋਟੀ ਪਕਾਉਂਦੇ ਸੀ ਤਾਂ ਅੰਗਾਰਿਆਂ ਉੱਤੇ ਰੋਟੀ ਨੂੰ ਫੁਲਾਉਣਾ ਇੱਕ ਬਹੁਤ ਹੀ ਜ਼ਿਆਦਾ ਸਿਹਤਮੰਦ ਤਰੀਕਾ ਸੀ, ਪਰ ਗੈਸ ਦੇ ਉੱਪਰ ਰੋਟੀ ਨੂੰ ਫੁਲਾਉਣਾ ਗੈਸ ਤੇ ਤੇਜ਼ਾਬ ਦਾ ਬਹੁਤ ਵੱਡਾ ਕਾਰਨ ਹੈ। ਇਸ ਕਰਕੇ ਰੋਟੀ ਨੂੰ ਹਮੇਸ਼ਾ ਤਵੇ ਦੇ ਉੱਪਰ ਹੀ ਫੁਲਾਓ। ਸਾਡਾ ਇੱਕ ਪਾਸਾ ਜਿਹੜਾ ਹੈ ਉਹ ਲਗਭਗ ਪੱਕ ਚੁੱਕਿਆ ਹੈ। ਹੁਣ ਅਸੀਂ ਉਹਨੂੰ ਪਰਤ ਦਿਆਂਗੇ ਤੇ ਦੂਸਰੇ ਪਾਸੇ ਨੂੰ ਪੋਣੇ ਦੀ ਸਹਾਇਤਾ ਨਾਲ ਦਬਾਉਂਦੇ ਅਸੀਂ ਫੁਲਾ ਲਵਾਂਗੇ ਤੇ ਇਹ 1 ਮਿੰਟ ਦੇ ਵਿੱਚ ਹੀ ਫੁੱਲ ਜਾਏਗੀ ਜੇ ਅਸੀਂ ਇਹਨੂੰ ਇਸ ਤਰੀਕੇ ਨਾਲ ਪਕਾਇਆ ਹੋਏਗਾ। ਤੇ ਸਾਡੀ ਜਿਹੜੀ ਫੁੱਲਵੀਂ ਰੋਟੀ ਹੈ ਉਹ ਬਿਲਕੁਲ ਤਿਆਰ ਹੈ। ਇਹ ਰੋਟੀ ਪਚਣ ਦੇ ਵਿੱਚ ਬਹੁਤ ਹੀ ਜ਼ਿਆਦਾ ਹਲਕੀ ਹੈ। ਰੋਟੀ ਹੋਰ ਜ਼ਿਆਦਾ ਸੌਖੀ ਪਚ ਜਾਏ ਇਸ ਕਰਕੇ ਘੱਟੋ ਘੱਟ ਦਿਨ ਦੇ ਸਮੇਂ ਵਿੱਚ ਰੋਟੀ ਨੂੰ ਜ਼ਰੂਰ ਚੋਪੜ ਲਵੋ। ਰਾਤ ਨੂੰ ਬੇਸ਼ੱਕ ਤੁਸੀਂ ਬਿਨਾਂ ਚੋਪੜੀ ਹੋਈ ਰੋਟੀ ਖਾ ਲਵੋ। ਹੁਣ ਅਸੀਂ ਆਪਣੀ ਥਾਲੀ ਤਿਆਰ ਕਰਦੇ ਹਾਂ ਕਿਉਂਕਿ ਸਾਡੇ ਕੋਲ ਸਭ ਕੁਝ ਹੁਣ ਤਿਆਰ ਹੈ। ਸਭ ਤੋਂ ਪਹਿਲਾਂ ਇੱਕ ਵੱਡੀ ਕਟੋਰੀ ਦੇ ਵਿੱਚ ਅਸੀਂ ਦਾਲ ਦਾ ਸੂਪ ਲੈ ਲਵਾਂਗੇ। ਦਾਲ ਦਾ ਸੂਪ ਅੱਜ ਸਾਡੀ ਰੋਟੀ ਦੇ ਵਿੱਚ ਪਾਣੀ ਦਾ ਕੰਮ ਕਰੇਗਾ। ਇਸ ਥਾਲੀ ਨਾਲ ਸਾਨੂੰ ਐਕਸਟਰਾ ਪਾਣੀ ਲੈਣ ਦੀ ਜ਼ਰੂਰਤ ਨਹੀਂ ਹੈ। ਇਹ ਦਾਲ ਦਾ ਸੂਪ ਹੀ ਜਿਹੜਾ ਹੈ ਰੋਟੀ ਦੇ ਵਿੱਚ ਰਸ ਦਾ ਕੰਮ ਕਰੇਗਾ। ਦੂਸਰੀ ਕੌਲੀ ਦੇ ਵਿੱਚ ਅਸੀਂ ਚੱਪਨ ਕੱਦੂ ਦੀ ਸਬਜ਼ੀ ਪਾ ਲਵਾਂਗੇ। ਦਾਲ ਤੇ ਸਬਜ਼ੀ ਸਾਨੂੰ ਖੁੱਲੀ ਮਾਤਰਾ ਦੇ ਵਿੱਚ ਖਾਣੀ ਚਾਹੀਦੀ ਹੈ। ਬੇਸ਼ੱਕ ਅਸੀਂ ਫੁਲਕਾ ਇੱਕ ਘੱਟ ਹੀ ਖਾ ਲਈਏ ਤੇ ਆਯੁਰਵੇਦ ਦੇ ਵਿੱਚ ਕੋਈ ਕੈਲਰੀਜ਼ ਕਾਊਂਟ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪੁੱਛੋ, ਖਾਣਾ ਇੱਕ ਸ਼ਾਂਤ ਚਿੱਤ ਹੋ ਕੇ ਖਾਓ, ਤੁਹਾਨੂੰ ਤੁਹਾਡਾ ਸਰੀਰ ਹੀ ਦੱਸ ਦੇਗਾ ਕਿ ਹੁਣ ਬਸ ਕਰੋ। ਦਾਲ ਜਿਹੜੀ ਹੈ ਉਹ ਰੁੱਖੀ ਹੈ, ਇਸ ਕਰਕੇ ਉਹਦੇ ਵਿੱਚ ਵੀ ਅਸੀਂ ਅੱਧਾ ਚਮਚ ਘੀ ਦਾ ਜਿਹੜਾ ਪਾ ਲੈਣਾ ਹੈ। ਇਹ ਜਿਹੜੀ ਦਾਲ ਹੈ ਇਹਨੂੰ ਖਾਣੇ ਦੀ ਸ਼ੁਰੂਆਤ ਤੋਂ ਪਹਿਲਾਂ ਥੋੜਾ ਜਿਹਾ ਪੀ ਲੈਣਾ ਹੈ ਤੇ ਬਾਕੀ ਥੋੜਾ ਘੁੱਟ ਕਰਕੇ ਰੋਟੀ ਦੇ ਦੌਰਾਨ ਪੀਣਾ ਹੈ ਤੇ ਅੰਤ ਵਿੱਚ ਵੀ ਬਚੀ ਹੋਈ ਦਾਲ ਨੂੰ ਪੀ ਲੈਣਾ ਹੈ। ਰੋਟੀ ਦੇ ਬਿਲਕੁਲ ਅੰਤ ਵਿੱਚ ਅਸੀਂ ਸੌਂਫ ਤੇ ਸ਼ੱਕਰ ਨੂੰ ਮਿਕਸ ਕਰਕੇ ਰੱਖਿਆ ਹੋਇਆ ਹੈ। ਇਹ ਅੰਤ ਵਿੱਚ ਖਾਣਾ ਹੈ ਤਾਂ ਕਿ ਰੋਟੀ ਸਾਡੀ ਪੂਰੀ ਹੋ ਜਾਵੇ। ਨਾਲ ਇੱਕ ਚਟਨੀ ਹੈ। ਇਹ ਚਟਨੀ ਦੀ ਜਿਹੜੀ ਰੈਸਿਪੀ ਹੈ ਇਹ ਵੀ ਅਸੀਂ ਪਹਿਲਾਂ ਸ਼ੇਅਰ ਕੀਤੀ ਹੋਈ ਹੈ। ਇਹ ਹਰਾ ਪਿਆਜ਼, ਆਮਲਾ, ਅਨਾਰ ਤੇ ਧਨੀਏ ਦੀ ਚਟਨੀ ਹੈ ਤੇ ਫੁਲਕੇ ਤੁਸੀਂ ਆਪਣੇ ਅਨੁਸਾਰ ਲੈਣੇ ਹਨ। ਇਹ ਸੀ ਅੱਜ ਦੀ ਥਾਲੀ ਨੂੰ ਗਰਮੀਆਂ ਦੀ ਰੁੱਤ ਲਈ ਮੈਂ ਉਦਾਹਰਨ ਦੇ ਤੌਰ ਤੇ ਪੇਸ਼ ਕੀਤਾ ਹੈ। ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਮੈਂ ਫਿਰ ਮਿਲਾਂਗੀ ਇੱਕ ਹੋਰ ਨਵੀਂ ਵੀਡੀਓ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।